ਹੈਲੋ ਡੀਅਰ ਸਟੂਡੈਂਟਸ। ਬੇਟੇ ਅੱਜ ਅਸੀਂ ਨੈਕਸਟ ਜੋ ਚੈਪਟਰ ਹੈ ਡਾਇਵਰਸਿਟੀ ਇਨ ਲਿਵਿੰਗ ਬੀਇੰਗਸ ਉਸ ਨੂੰ ਸਮਝਣ ਦਾ ਯਤਨ ਕਰਦੇ ਹਾਂ। ਡਾਇਵਰਸਿਟੀ ਇਨ ਲਿਵਿੰਗ ਆਰਗੇਨਿਜ਼ਮ। ਡਾਇਵਰਸਿਟੀ ਕੀ ਹੁੰਦੀ ਹੈ? ਡਾਇਵਰਸਿਟੀ ਹੁੰਦੀ ਹੈ ਵਿਭਿੰਨਤਾ, ਡਿਫਰੈਂਟ, ਅਲੱਗ-ਅਲੱਗ। ਸੋ ਡਾਇਵਰਸਿਟੀ ਦੀ ਲੋੜ ਕਿਉਂ ਪਈ, ਇਸ ਚੈਪਟਰ ਦੇ ਵਿੱਚ ਅਸੀਂ ਬਰੀਫਲੀ ਡਿਸਕਸ ਕਰਨਾ। ਜੇਕਰ ਡਾਇਵਰਸਿਟੀ ਨਾ ਹੋਵੇ ਤਾਂ ਸਾਨੂੰ ਕਿਸੇ ਵੀ ਆਰਗੇਨਿਜ਼ਮ ਦੀ ਸਟੱਡੀ ਕਰਨੀ ਔਖੀ ਹੋ ਜਾਂਦੀ ਹੈ। ਪਹਿਲਾਂ ਡਾਇਵਰਸਿਟੀ ਵਰਡ ਸਾਨੂੰ ਸਿੱਖਣਾ ਜ਼ਰੂਰੀ ਹੈ। ਅਲੱਗ-ਅਲੱਗ ਕਰ ਦੇਣਾ। ਦੇਖੋ, ਇੱਕ ਪਲਾਂਟਸ ਹਨ, ਇੱਕ ਐਨੀਮਲਸ ਹਨ, ਦੋ ਵੱਖਰੇ ਵੱਖਰੇ ਹੋ ਗਏ। ਫਿਰ ਐਨੀਮਲਸ ਦੇ ਵਿੱਚ ਅੱਗੇ ਡਾਇਵਰਸਿਟੀ ਕੀਤੀ ਹੈ। ਹਰਬੀਵੋਰਸ ਹਨ, ਕਾਰਨੀਵੋਰਸ ਹਨ, ਓਮਨੀਵੋਰਸ ਹਨ, ਇਸ ਤਰ੍ਹਾਂ। ਇਸੇ ਤਰ੍ਹਾਂ ਪਲਾਂਟਸ ਦੇ ਵਿੱਚ ਹੈ, ਟਾਲ ਪਲਾਂਟਸ ਹਨ, ਸ਼ਾਰਟ ਪਲਾਂਟਸ ਹਨ, ਇਕੁਐਟਿਕ ਪਲਾਂਟਸ ਹਨ, ਪਾਣੀ ਵਿੱਚ ਰਹਿਣ ਵਾਲੇ। ਇਸੇ ਤਰ੍ਹਾਂ ਐਨੀਮਲਸ ਵੀ ਟਰੈਸਟਰੀਅਲ ਐਨੀਮਲਸ ਹਨ ਜੋ ਧਰਤੀ 'ਤੇ ਰਹਿੰਦੇ ਹਨ, ਇਕੁਐਟਿਕ ਐਨੀਮਲਸ ਹਨ। ਸੋ ਸਾਰਿਆਂ ਨੂੰ ਵੱਖਰਾ ਵੱਖਰਾ ਕਰਨਾ ਜ਼ਰੂਰੀ ਹੈ, ਕਿਉਂਕਿ ਜੇਕਰ ਵੱਖਰਾ ਵੱਖਰਾ ਨਾ ਕਰੀਏ, ਵੱਖਰੀ ਵੱਖਰੀ ਪ੍ਰਜਾਤੀ ਜਾਂ ਜਾਤੀ ਨਾ ਬਣਾਈਏ ਤਾਂ ਸਾਨੂੰ ਸਟੱਡੀ ਕਰਨੀ ਬੜੀ ਹੀ ਮੁਸ਼ਕਿਲ ਹੋ ਜਾਵੇਗੀ। ਸੋ ਜਿਹੜਾ ਫਸਟ ਕੁਐਸਚਨ ਹੈ ਇਸ ਦੇ ਵਿੱਚ, ਵਾਈ ਡੂ ਵੀ ਕਲਾਸੀਫਾਈ ਆਰਗੇਨਿਜ਼ਮ, ਜਾਂ ਡਿਵਰਸਿਟੀ ਕਿਉਂ ਕਰਦੇ ਹਾਂ, ਆਰਗੇਨਿਜ਼ਮ ਦੀ ਕਲਾਸੀਫਿਕੇਸ਼ਨ ਕਿਉਂ ਕਰਦੇ ਹਾਂ, ਇਹਨਾਂ ਦੀਆਂ ਕਲਾਸਿਸ ਕਿਉਂ ਬਣਾਉਂਦੇ ਹਾਂ। ਕਲਾਸੀਫਿਕੇਸ਼ਨ ਹੈਲਪਸ ਇਨ ਦਾ ਸਟੱਡੀ ਆਫ ਅ ਬ੍ਰੌਡ ਗਰੁੱਪ ਆਫ ਆਰਗੇਨਿਜ਼ਮ। ਬ੍ਰੌਡ ਮੀਨਜ਼ ਵਿਸ਼ਾਲ। ਜੋ ਵੱਡਾ ਗਰੁੱਪ ਹੈ ਆਰਗੇਨਿਜ਼ਮ ਦਾ, ਉਹਨਾਂ ਦੀ ਕਲਾਸੀਫਿਕੇਸ਼ਨ ਹੈ ਜਿਹੜੀ ਉਹ ਕਾਹਦੇ ਵਿੱਚ ਹੈਲਪ ਕਰਦੀ ਹੈ? ਕਲਾਸੀਫਿਕੇਸ਼ਨ ਹੈਲਪਸ ਇਨ ਦਾ ਸਟੱਡੀ, ਉਹਨਾਂ ਦੀ ਸਟੱਡੀ ਕਰਨ ਦੇ ਵਿੱਚ ਹੈਲਪ ਕਰਦੀ ਹੈ। ਕਿਹਨਾਂ ਦੀ? ਜਿਹੜੇ ਇੰਨੇ ਸਾਰੇ ਆਰਗੇਨਿਜ਼ਮ ਦੇ ਗਰੁੱਪ ਹਨ। ਆਫ ਵਾਈਡ ਵਰਾਇਟੀ ਆਫ ਆਰਗੇਨਿਜ਼ਮ ਇਨ ਏ ਸਿੰਪਲ ਵੇ, ਸੌਖੇ ਤਰੀਕੇ ਨਾਲ। ਜਿਵੇਂ ਮੈਂ ਤੁਹਾਨੂੰ ਕਹਾਂ, ਇੱਕ ਸਾਡੇ ਕੋਲ ਕੋਈ ਐਨੀਮਲ ਹੈ ਛੋਟਾ, ਮੈਂ ਤੁਹਾਨੂੰ ਕਹਾਂਗਾ ਕਿ ਇਕੁਐਟਿਕ ਐਨੀਮਲ ਹੈ, ਤਾਂ ਤੁਸੀਂ ਇਕੁਐਟਿਕ ਵਰਡ ਤੋਂ ਹੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਪਾਣੀ ਵਾਲਾ ਜੀਵ ਹੈ। ਜਾਂ ਮੈਂ ਕਹਾਂ ਇਹ ਹਰਬੀਵੋਰਸ ਹੈ, ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਕਿਸ ਕੈਟਾਗਰੀ ਦਾ ਹੈ, ਸਾਨੂੰ ਕੁਛ ਨਹੀਂ ਕਹੇਗਾ ਘਾਹ ਖਾਣ ਵਾਲਾ ਜੀਵ ਹੈ। ਇਸ ਤਰ੍ਹਾਂ ਉਸ ਦੇ ਹੋਰ ਵੀ ਜੋ ਕਰੈਕਟਰ ਸਟੱਡੀ ਕਰਨੇ ਹਨ ਉਹ ਬੜੇ ਈਜ਼ੀ ਹੋ ਜਾਂਦੇ ਹਨ। ਕਲਾਸੀਫਿਕੇਸ਼ਨ ਹੈਲਪਸ ਇਨ ਦਾ ਸਟੱਡੀ of broad group of organism of wide variety of organism in a simple way। ਅਸੀਂ ਸੌਖੇ ਤਰੀਕੇ ਨਾਲ ਉਸ ਨੂੰ ਸਟੱਡੀ ਕਰ ਸਕਦੇ ਹਾਂ। ਸੈਕਿੰਡ ਜੋ ਕੁਐਸਚਨ ਹੈ, ਗਿਵ 3 ਐਗਜ਼ਾਮਪਲਸ। ਐਗਜ਼ਾਮਪਲਸ ਬਹੁਤ ਹਨ, ਆਪਾਂ 3 ਐਗਜ਼ਾਮਪਲਸ ਦੇਣੀਆਂ ਨੇ। ਆਫ ਦਾ ਰੇਂਜ ਆਫ ਵੇਰੀਏਸ਼ਨ that you see in life forms around you, ਜੋ ਅਸੀਂ ਆਲੇ ਦੁਆਲੇ ਵੇਰੀਏਸ਼ਨ ਦੇਖਦੇ ਹਾਂ ਐਨੀਮਲਸ ਦੇ ਵਿੱਚ, ਉਸ ਦੀਆਂ ਤੁਸੀਂ 3 ਐਗਜ਼ਾਮਪਲਾਂ ਦੇਣੀਆਂ ਹਨ। ਐਗਜ਼ਾਮਪਲਾਂ ਵੱਧ ਹਨ, ਤੁਹਾਨੂੰ ਪੜ੍ਹਨ ਦੇ ਨਾਲ ਇਹ ਕਲੀਅਰ ਹੋ ਜਾਏਗਾ। ਡਿਫਰੈਂਟ ਫਾਰਮਸ ਇਨ ਵਿਚ ਲਾਈਫ ਅਕਰਜ਼ ਔਨ ਅਰਥ, ਕਿਹੜੇ ਕਿਹੜੇ ਫਾਰਮਸ ਹਨ, ਕਿਹੜੀਆਂ ਕਿਹੜੀਆਂ ਫਾਰਮਸ ਹਨ ਜਿਨ੍ਹਾਂ ਕਰਕੇ ਧਰਤੀ ਦੇ ਉੱਤੇ ਲਾਈਫ ਹੈ, ਕਿਸ ਨਾਲ ਅਸੀਂ ਡਿਫਰੈਂਸ਼ੀਏਟ ਕਰ ਰਹੇ ਹਾਂ, ਕਿਸ ਨਾਲ ਉਹਨਾਂ ਦੀ ਡਾਇਵਰਸਿਟੀ ਕਰ ਰਹੇ ਹਾਂ, ਕਲਾਸੀਫਿਕੇਸ਼ਨ ਕਰ ਰਹੇ ਹਾਂ। ਪਹਿਲੀ ਜੋ ਕਲਾਸੀਫਿਕੇਸ਼ਨ ਹੈ ਉਹ ਹੈ ਸਾਈਜ਼। ਇੱਕ ਅਸੀਂ ਸਾਈਜ਼ ਦੇ ਹਿਸਾਬ ਨਾਲ ਕਰ ਸਕਦੇ ਹਾਂ। ਮਾਈਕਰੋਸਕੋਪਿਕ bacteria of few micrometers in size at one
of one end of the size scale, and 30-meter long blue whale or 100-meter tall redwood tree of California। ਸਾਈਜ਼ ਦੇ ਹਿਸਾਬ ਨਾਲ ਜੇ ਕਰੀਏ, ਇੱਕ ਤਾਂ ਅਸੀਂ ਕਲਾਸੀਫਿਕੇਸ਼ਨ ਸਾਈਜ਼ ਦੇ ਹਿਸਾਬ ਨਾਲ ਕਰ ਸਕਦੇ ਹਾਂ। ਇੱਕ ਮਾਈਕਰੋਸਕੋਪਿਕ ਆਰਗੇਨਿਜ਼ਮ ਨੇ ਜਿਨ੍ਹਾਂ ਦਾ ਸਾਈਜ਼ ਫਿਊ ਮਾਈਕਰੋਮੀਟਰ ਆ, ਜਿਨ੍ਹਾਂ ਨੂੰ ਮਾਈਕਰੋਸਕੋਪ ਨਾਲ ਹੀ ਦੇਖਿਆ ਜਾ ਸਕਦਾ ਹੈ। ਇੱਕ ਪਾਸੇ 30 ਮੀਟਰ ਲੰਬੀ ਬਲੂ ਵੇਲ ਹੈ। ਇੱਕ ਜਾਣੀ ਅਸੀਂ ਸਾਈਜ਼ ਦੇ ਹਿਸਾਬ ਦੇ ਨਾਲ ਕਲਾਸੀਫਿਕੇਸ਼ਨ ਕਰਦੇ ਹਾਂ। ਇਸੇ ਤਰ੍ਹਾਂ ਸਮਾਲ ਪਲਾਂਟ ਹਨ ਅਤੇ ਰੈੱਡਵੁੱਡ ਟਰੀ ਹੈ ਜੋ ਕੈਲੀਫੋਰਨੀਆ ਵਿੱਚ 100 ਮੀਟਰ ਲੰਬਾ ਹੁੰਦਾ ਹੈ। ਜਾਣੀ ਇੱਕ ਕਲਾਸੀਫਿਕੇਸ਼ਨ ਅਸੀਂ ਆਪਣੇ ਆਲੇ ਦੁਆਲੇ ਜੋ ਦੇਖਦੇ ਹਾਂ ਛੋਟੇ ਅਤੇ ਵੱਡੇ ਕਰਕੇ ਦੇਖਦੇ ਹਾਂ। ਸੈਕਿੰਡ, ਲਾਈਫ ਸਪੇਨ। ਲਾਈਫ ਸਪੇਨ, ਲਾਈਫ ਪੀਰੀਅਡ, ਲਾਈਫ ਟਾਈਮ ਕਿੰਨਾ ਹੈ। ਕੁਝ ਬਹੁਤ ਥੋੜ੍ਹੀ ਦੇਰ ਲਈ ਜਿਉਂਦੇ ਰਹਿੰਦੇ ਹਨ ਬੈਕਟੀਰੀਆ, ਕਈ ਬਹੁਤ ਲੰਬੀ ਦੇਰ ਰਹਿੰਦੇ ਹਨ। ਇੱਕ ਇਹ ਵੀ ਕਲਾਸੀਫਿਕੇਸ਼ਨ ਅਸੀਂ ਕਰਦੇ ਹਾਂ। ਪਾਈਨ ਟਰੀਜ਼ ਲਿਵ ਫਾਰ 1000 ਆਫ ਈਅਰਸ। ਪਾਈਨ ਟਰੀ ਹੈ ਜਿਹੜਾ ਹਜ਼ਾਰਾਂ ਸਾਲ ਲਈ ਰਹਿੰਦਾ ਹੈ। ਵਾਈਲ ਇਨਸੈਕਟਸ ਸੱਚ ਐਜ਼ ਮੋਸਕੀਟੋਜ਼ ਡਾਈ ਵਿਦਨ ਏ ਫਿਊ ਡੇਜ਼। ਇੱਕ ਪਾਸੇ ਦੂਸਰੀ ਸਾਈਡ ਅਸੀਂ ਮੋਸਕੀਟੋਜ਼ ਨੇ ਜਾਂ ਹੋਰ ਇਨਸੈਕਟਸ ਨੇ, ਉਹ ਕੁਝ ਦਿਨ ਲਈ ਪੈਦਾ ਹੁੰਦੇ ਨੇ ਅਤੇ ਮਰ ਜਾਂਦੇ ਹਨ। ਸੋ ਦੋ ਕਲਾਸੀਫਿਕੇਸ਼ਨ ਦੇ ਤਰੀਕੇ ਅਸੀਂ ਦੇਖੇ ਹਨ। ਇੱਕ ਸਾਈਜ਼ ਵੱਡਾ ਅਤੇ ਛੋਟਾ, ਦੂਸਰਾ ਲਾਈਫ ਸਪੇਨ, ਉਮਰ ਦੇ ਹਿਸਾਬ ਨਾਲ ਵੀ ਕੈਟਾਗਰੀਜ਼ ਬਣਦੀਆਂ ਹਨ, ਅਤੇ ਤੀਸਰਾ ਕਲਰ, ਕਲਰਲੈਸ ਔਰ ਟਰਾਂਸਪੈਰੈਂਟ ਵਾਰਮ ਟੂ ਬਰਾਈਟ ਕਲਰ ਬਰਡਸ ਐਂਡ ਫਲਾਵਰਸ। ਕਲਰ ਦੇ ਹਿਸਾਬ ਨਾਲ ਵੀ ਅਸੀਂ ਬਰਡਸ ਦੀ ਅਤੇ ਫਲਾਵਰਸ ਦੀ ਕਲਾਸੀਫਿਕੇਸ਼ਨ ਕਰਦੇ ਹਾਂ। ਇਹ ਤਿੰਨ ਹੀ ਨਹੀਂ ਹਨ, ਇਸ ਤੋਂ ਬਿਨਾਂ ਹੋਰ ਵੀ ਬਹੁਤ ਕਲਾਸੀਫਿਕੇਸ਼ਨ ਦੇ ਮੈਥਡ ਹਨ। ਜਿਵੇਂ ਮੈਂ ਪਹਿਲਾਂ ਦੱਸਿਆ ਹੈ, ਟਰੈਸਟਰੀਅਲ ਐਨੀਮਲਸ, ਧਰਤੀ 'ਤੇ ਰਹਿਣ ਵਾਲੇ ਜੀਵ, ਇਕੁਐਟਿਕ ਐਨੀਮਲ, ਪਾਣੀ ਵਿੱਚ ਰਹਿਣ ਵਾਲੇ ਜੀਵ, ਇਹ ਵੀ ਇੱਕ ਕਲਾਸੀਫਿਕੇਸ਼ਨ ਹੈ। ਇੱਕ ਕਲਾਸੀਫਿਕੇਸ਼ਨ ਵੱਖਰੀ ਹੀ ਹੈ, ਇੱਕ ਪਲਾਂਟਸ ਹਨ ਅਤੇ ਇੱਕ ਐਨੀਮਲਸ ਹਨ, ਇੱਕ ਬਰਡਸ ਹਨ ਜਿਹੜੇ ਫਲਾਈ ਕਰ ਸਕਦੇ ਨੇ, ਇਹ ਵੀ ਕਲਾਸੀਫਿਕੇਸ਼ਨ ਦਾ ਇੱਕ ਤਰੀਕਾ ਹੈ। ਸੋ ਅਸੀਂ ਤਿੰਨ ਇਹਨਾਂ ਦੇ ਵਿੱਚੋਂ ਐਕਸਪਲੇਨ ਕਰਨੇ ਸਨ। ਸੋ ਥਰਡ ਕੁਐਸਚਨ ਜਿਹੜਾ ਨੈਕਸਟ ਹੈ, ਵਾਟ ਡੂ ਯੂ ਥਿੰਕ ਇਜ਼ ਦੀ ਮੋਰ ਬੇਸਿਕ ਕਰੈਕਟਰ ਫਾਰ ਕਲਾਸੀਫਾਈਂਗ ਆਰਗੇਨਿਜ਼ਮ। ਇਹ ਬਹੁਤ ਜ਼ਰੂਰੀ ਹੈ ਬੇਟੇ। ਸਭ ਤੋਂ ਬੇਸਿਕ ਕਰੈਕਟਰ ਕਿਹੜਾ, ਸਭ ਤੋਂ ਪਹਿਲਾਂ ਕੀ ਦੇਖਣਾ ਕਿ ਕਲਾਸੀਫਿਕੇਸ਼ਨ ਕਰਨ ਲੱਗੇ ਸਭ ਤੋਂ ਪਹਿਲਾ ਕਰੈਕਟਰ ਕਿਹੜਾ ਦੇਖਣਾ, ਦੀ ਪਲੇਸ ਵੇਅਰ ਦੇ ਲਿਵ, ਉਹ ਕਿੱਥੇ ਰਹਿੰਦੇ ਹਨ ਇਹ ਦੇਖਣਾ ਹੈ, ਜਾਂ ਬੀ ਕਾਈਂਡ ਆਫ ਸੈੱਲ ਦੇ ਆਰ ਮੇਡ ਅਪ ਆਫ, ਵਾਈ। ਇਹਨਾਂ ਵਿੱਚੋਂ ਬੀ ਆਨਸਰ ਹੈ ਜਿਹੜਾ ਉਹ ਸਹੀ ਹੈ, ਦੀ ਕਾਈਂਡ ਆਫ ਸੈੱਲ। ਸੈੱਲ ਦੀ ਕਿਸਮ ਦੇਖਣੀ ਹੈ। ਸੈੱਲ ਦੋ ਪ੍ਰਕਾਰ ਦੇ ਹੁੰਦੇ ਹਨ। ਸੈੱਲ ਅਸੀਂ ਪੜ੍ਹਿਆ ਸਟਰਕਚਰਲ ਐਂਡ ਫੰਕਸ਼ਨਲ ਯੂਨਿਟ ਆਫ ਲਾਈਫ। ਸਟਰਕਚਰਲ ਐਂਡ ਫੰਕਸ਼ਨਲ ਯੂਨਿਟ ਆਫ ਲਾਈਫ। ਹਰੇਕ ਬਾਡੀ ਸੈੱਲ ਤੋਂ ਬਣਦੀ ਹੈ। ਜੇ ਸਾਨੂੰ ਇਹ ਪਤਾ ਲੱਗ ਜਾਵੇ ਕਿ ਇਹ ਕਿਹੜੇ ਸੈੱਲਾਂ ਤੋਂ ਬਣੀ ਹੈ ਤਾਂ ਉਸ ਦੀ ਕਲਾਸੀਫਿਕੇਸ਼ਨ ਕਰਨੀ ਆਸਾਨ ਹੋ ਜਾਂਦੀ ਹੈ ਕਿ ਕਿਸ ਕੈਟਾਗਰੀ ਵਿੱਚ ਪਾਉਣਾ ਹੈ। ਸੋ ਕਾਈਂਡ ਆਫ ਸੈੱਲ ਇਜ਼ ਦੀ ਬੇਸਿਕ ਕਰੈਕਟਰਿਸਟਿਕਸ ਫਾਰ ਕਲਾਸੀਫਾਈਂਗ ਆਫ ਆਰਗੇਨਿਜ਼ਮ। ਆਰਗੇਨਿਜ਼ਮ ਨੂੰ ਕਲਾਸੀਫਾਈ ਕਰਨ ਲਈ ਸੈੱਲ ਦੀ ਕਿਸਮ ਪਤਾ ਹੋਣੀ ਜ਼ਰੂਰੀ ਹੈ। ਦੀ ਸੈੱਲ ਮੇ ਬੀ ਪ੍ਰੋਕੈਰੀਓਟਿਕ ਔਰ ਯੂਕੈਰੀਓਟਿਕ। ਯੂਕੈਰੀਓਟਿਕ ਉਹ ਹੁੰਦੇ ਹਨ ਜਿਨ੍ਹਾਂ ਵਿੱਚ ਨਿਊਕਲੀਅਸ ਅਤੇ ਨਿਊਕਲੀਅਰ ਮੈਂਬਰਨ ਪ੍ਰੈਜੈਂਟ ਹੋਵੇ, ਪੜ੍ਹਿਆ ਹੈ ਪਹਿਲੇ ਚੈਪਟਰ ਦੇ ਵਿੱਚ। ਪ੍ਰੋਕੈਰੀਓਟਿਕ ਉਹ ਹੁੰਦੇ ਹਨ ਜਿਨ੍ਹਾਂ ਵਿੱਚ ਨਿਊਕਲੀਅਸ ਅਤੇ ਨਿਊਕਲੀਅਸ ਮੈਂਬਰਨ ਪ੍ਰੈਜੈਂਟ ਨਾ ਹੋਵੇ, ਐਬਸੈਂਟ ਹੋਵੇ, ਉਸਨੂੰ ਪ੍ਰੋਕੈਰੀਓਟਿਕ ਕਿਹਾ ਜਾਂਦਾ। ਪਹਿਲਾਂ ਇਹ ਦੇਖਣਾ ਕਿ ਇਸ ਵਿੱਚ ਨਿਊਕਲੀਅਸ ਅਤੇ ਮੈਂਬਰਨ ਹੈ, ਜੇ ਹੈ ਤਾਂ ਉਹ ਯੂਕੈਰੀਓਟਿਕ ਦੇ ਵਿੱਚ ਆ ਜਾਏਗਾ, ਜੇ ਐਬਸੈਂਟ ਹੈ ਤਾਂ ਪ੍ਰੋਕੈਰੀਓਟਿਕ ਦੇ ਵਿੱਚ। ਦੀ ਪ੍ਰੈਜੈਂਸ ਔਰ ਐਬਸੈਂਸ ਆਫ ਦੱਸ ਦਿੱਤਾ ਤੁਹਾਨੂੰ। ਦੀ ਪ੍ਰੈਜੈਂਸ ਔਰ ਐਬਸੈਂਸ ਆਫ ਨਿਊਕਲੀਅਸ ਔਰ ਨਿਊਕਲੀਅਰ ਮੈਂਬਰਨ
bound organisms would reflect on every aspect of the cell design and the capacity to make a multicellular body। ਸੋ ਸਭ ਤੋਂ ਪਹਿਲਾਂ ਸੈੱਲ ਦੀ ਕਿਸਮ ਦੇਖਾਂਗੇ ਕਿ ਉਹ ਪ੍ਰੋਕੈਰੀਓਟਿਕ ਹੈ ਜਾਂ ਯੂਕੈਰੀਓਟਿਕ, ਉਸ ਵਿੱਚ ਨਿਊਕਲੀਅਰ ਮੈਂਬਰਨ ਪ੍ਰੈਜੈਂਟ ਹੈ ਜਾਂ ਨਹੀਂ। ਦੂਸਰੇ ਫਿਰ ਇਸ ਦੇ ਆਧਾਰ 'ਤੇ ਦੋ ਪ੍ਰਕਾਰ ਦੇ ਆ ਜਾਂਦੇ ਹਨ, ਯੂਕੈਰੀਓਟਿਕ ਯੂਨੀਸੈਲੂਲਰ ਅਤੇ ਮਲਟੀਸੈਲੂਲਰ। ਯੂਨੀਸੈਲੂਲਰ ਜਿਨ੍ਹਾਂ ਵਿੱਚ ਇੱਕ ਹੀ ਸੈੱਲ ਹੋਵੇ ਅਤੇ ਮਲਟੀਸੈਲੂਲਰ ਜਿਨ੍ਹਾਂ ਵਿੱਚ ਬਹੁਤ ਸਾਰੇ ਸੈੱਲ ਹੋਣ। ਸੋ ਬੇਸਿਕ ਜਿਹੜਾ ਕਰੈਕਟਰ ਦੇਖਣਾ ਹੈ ਉਹ ਹੈ ਕਾइंड ऑफ ਸੈੱਲ। ਅਗਲਾ ਕੁਐਸਚਨ ਸੇਮ ਹੀ ਹੈ, ਬੇਸਿਕ ਜਾਂ ਪ੍ਰਾਇਮਰੀ। ਵਾਟ ਆਰ ਦ ਪ੍ਰਾਇਮਰੀ ਕਰੈਕਟਰਿਸਟਿਕਸ ਔਨ ਵਿਚ ਦੀ ਫਸਟ ਡਿਵੀਜ਼ਨ ਆਫ ਆਰਗੈਨਿਜ਼ਮ ਇਜ਼ ਮੇਡ। ਉਹ ਕਿਹੜਾ ਕਰੈਕਟਰ ਆ ਪਹਿਲਾ ਜਿਹਦੇ 'ਤੇ ਡਿਵੀਜ਼ਨ ਕੀਤੀ ਜਾਂਦੀ ਹੈ। ਆਪਾਂ ਪੜ੍ਹਿਆ ਹੈ ਨੇਚਰ ਆਫ ਸੈੱਲ, ਸੈੱਲ ਦੀ ਨੇਚਰ ਦੇਖਣੀ ਹੈ, ਵਾਈਦਰ ਇਟ ਇਜ਼ प्रोकैरियोटिक और यूकैरियोटिक, ये प्रोकैरियोटिक है और यूकैरियोटिक है। थर्ड क्वेश्चन, ऑन व्हाट बेसिस प्लांट्स एंड एनिमल्स पुट इनटू डिफरेंट कैटागरीज। केड़ी केड़ी कैटागरीज देख के असी प्लांट ते एनिमल्स नूं डिफरेंट करते हाँ। नंबर 1 मोड ऑफ न्यूट्रीएशन। मोड ऑफ न्यूट्रीएशन, न्यूट्रीएशन असीं पढ़िया है इनटेक ऑफ फूड, भोजन खाण दा तरीका। प्लांट्स प्रिपेयर देयर ओन फूड बाय फोटोसिंथेसिस ड्यू टू द प्रेजेंस ऑफ क्लोरोफिल इन क्लोरोप्लास्ट एंड एनिमल्स रिक्वायर रेडीमेड फूड। पहला भोजन बनाउण दा तरीका देखांगे। ਜਿਹੜੇ ਆਪਣਾ ਭੋਜਨ ਆਪ ਤਿਆਰ ਕਰਦੇ ਹਨ ਫੋਟੋਸੈਂਥਸਿਸ ਲਈ ਉਹ ਪਲਾਂਟਸ ਵੱਲ ਜਾਣਗੇ, ਜਿਹੜੇ ਰੈਡੀਮੇਡ ਫੂਡ ਲੈਂਦੇ ਹਨ ਉਹ ਐਨੀਮਲ ਦੀ ਕੈਟਾਗਰੀ 'ਚ ਜਾਣਗੇ। ਸੈਕੰਡ ਪੁਆਇੰਟ, ਪਲਾਂਟਸ ਆਰ ਫਿਕਸਡ ਵੇਅਰ ਐਜ਼ ਐਨੀਮਲਸ ਆਰ ਮੋਟਾਈਲ। ਪਲਾਂਟਸ ਨੇ ਜਿਹੜੇ ਉਹ ਫਿਕਸ ਰਹਿੰਦੇ ਹਨ, ਇੱਕ ਜਗ੍ਹਾ 'ਤੇ ਖੜ੍ਹਦੇ ਹਨ, ਅਤੇ ਐਨੀਮਲਸ ਨੇ ਜਿਹੜੇ ਉਹ ਮੋਟਾਈਲ ਹਨ, ਇੱਧਰ ਉੱਧਰ ਮੂਵਮੈਂਟ ਕਰਦੇ ਹਨ। ਥਰਡ, ਪਲਾਂਟ ਸ਼ੋ ਲਿਮਟਿਡ ਗਰੋਥ। ਪਲਾਂਟਸ ਦੀ ਗਰੋਥ ਲਿਮਟਿਡ ਹੁੰਦੀ ਹੈ। ਵੇਅਰ ਐਜ਼ ਐਨੀਮਲ ਸਟਾਪ ਗਰੋਇੰਗ ਆਫਟਰ ਅਟੇਨਿੰਗ ਏ ਸਰਟਨ ਸਾਈਜ਼। ਜਦੋਂ ਕਿ ਐਨੀਮਲ ਹੈ ਉਸ ਦਾ ਕੁਝ ਸਾਈਜ਼ ਹੋਣ ਤੋਂ ਬਾਅਦ ਉਸ ਦੀ ਗਰੋਥ ਹੈ ਜਿਹੜੀ ਉਹ ਰੁਕ ਜਾਂਦੀ ਹੈ। ਪਲਾਂਟ ਸੈੱਲਜ਼ ਆਰ ਸਰਾਊਂਡਡ ਬਾਏ ਸੈੱਲ ਵਾਲ। ਪਲਾਂਟਸ ਨੇ ਜਿਹੜੇ ਉਹਨਾਂ ਦੇ ਆਲੇ ਦੁਆਲੇ ਸੈੱਲ ਵਾਲ ਬਣੀ ਹੁੰਦੀ ਹੈ। ਵੇਅਰ ਐਜ਼ ਐਨੀਮਲ ਸੈੱਲਸ ਲੇਕ ਸੈੱਲ ਵਾਲ। ਐਨੀਮਲਸ ਦੇ ਵਿੱਚ ਸੈੱਲ ਵਾਲ ਨਹੀਂ ਹੁੰਦੀ। ਬੇਟੇ 3-4 ਕੁਐਸਚਨ ਹਨ ਜਿਹੜੇ ਤੋਂ ਤੁਹਾਨੂੰ ਵਧੀਆ ਤਰੀਕੇ ਨਾਲ ਐਕਸਪਲੇਨ ਕਰ ਦਿੱਤੇ ਗਏ ਨੇ। ਇਹਦੇ ਨਾਲ ਤੁਹਾਨੂੰ ਚੈਪਟਰ ਵੀ ਕਲੀਅਰ ਹੋ ਜਾਏਗਾ ਕਿ ਚੈਪਟਰ ਕੀ ਹੈ। ਡਿਵਰਸਿਟੀ ਐਂਡ ਲਿਵਿੰਗ ਆਰਗੈਨਿਜ਼ਮ, ਕਿਹਨਾਂ ਫਰਕਾਂ ਕਰਕੇ ਕਿੰਨੀਆਂ ਜਾਤੀਆਂ ਬਣਦੀਆਂ ਹਨ, ਕਲਾਸੀਫਿਕੇਸ਼ਨਸ ਬਣਦੀਆਂ ਹਨ। ਸੋ ਇਹਨਾਂ ਨੂੰ ਧਿਆਨ ਨਾਲ ਸਮਝ ਲੈਣਾ ਹੈ। ਅਤੇ ਜੇ ਕੋਈ ਦਿੱਕਤ ਆਈ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ। ਆਪਾਂ ਜ਼ੂਮ 'ਤੇ ਵੀ 1-2 ਦਿਨ ਤੱਕ ਕਲਾਸ ਲਾਵਾਂਗੇ ਅਤੇ ਉਸ ਵਿੱਚ ਵੀ ਤੁਸੀਂ ਡਿਸਕਸ ਕਰ ਸਕਦੇ ਹੋ। ਇਸ ਨੂੰ ਪੜ੍ਹਨਾ ਹੈ। ਓਕੇ ਬੇਟੇ, ਥੈਂਕ ਯੂ।